ਜੀ 29 ਤਰੀਕ ਨੂੰ ਤਿੰਨ ਪੇਪਰ ਰੱਖ ਦਿੱਤੇ ਗਏ ਨੇ। ਆਖਿਰ ਸਰਕਾਰ ਦੇ ਵੱਲੋਂ ਅਜਿਹਾ ਕਿਉਂ ਕੀਤਾ ਗਿਆ ਹੈ? ਹੁਣ ਜਿਨ੍ਹਾਂ ਵਿਦਿਆਰਥੀਆਂ ਨੇ ਫਾਰਮ ਭਰੇ ਨੇ ਉਹਨਾਂ ਦੇ ਪੈਸੇ ਸਰਕਾਰ ਨੂੰ ਲੱਗ ਸਕਦਾ, ਕਿਸੇ ਅਫਸਰ ਨੂੰ, ਕਿਸੇ ਮੰਤਰੀ ਨੂੰ। 500 ਰੁਪਇਆ ਕੀ ਹੁੰਦਾ, 700 ਕੀ ਹੁੰਦਾ, 1000 ਕੀ ਹੁੰਦਾ। ਉਹਨਾਂ ਬੱਚਿਆਂ ਤੋਂ ਪੁੱਛੋ ਜਿਨ੍ਹਾਂ ਨੇ ਵਿਚਾਰਿਆਂ ਨੇ ਪਤਾ ਨਹੀਂ ਕਿਵੇਂ ਫੀਸਾਂ ਭਰੀਆਂ ਹੋਣੀਆਂ। ਕਰੋੜਾਂ ਰੁਪਇਆ ਸਰਕਾਰਾਂ ਕੋਲ ਇਕੱਠਾ ਹੋਣਾ। ਜੇ ਕਿਤੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਪੰਜਾਬ ਨਾਲ ਗੱਲ ਕਰੇ, ਪੰਜਾਬ ਦੇ ਦੋਵੇਂ ਵਿਭਾਗ ਆਪਣੇ ਨਾਲ ਗੱਲ ਕਰਨ, ਤਾਂ ਕੀ ਇਹ ਤਰੀਕਾਂ ਕਲੈਸ਼ ਹੋਣੀਆਂ ਸੀ? ਨੌਕਰੀ 'ਚ ਤਾਂ ਉਹਨਾਂ ਨੇ ਖੱਜਲ ਖੁਆਰ ਹੋਈ ਨੇ, ਪੜ੍ਹ ਲਿਖ ਕੇ ਅਜੇ ਤੱਕ ਉਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ। ਜਦੋਂ ਪੇਪਰ ਭਰਦੇ ਆ ਉਦੋਂ ਵੱਡੀ ਖੱਜਲ ਖੁਆਰੀ ਉਹਨਾਂ ਦੇ ਸਾਹਮਣੇ ਖੜੇ ਕਰ ਦਿੰਦੇ। ਔਰ ਇੱਕ ਪੇਪਰ ਮੰਨ ਲਓ ਪਟਿਆਲੇ ਆ, ਦੂਜਾ ਪੇਪਰ ਚੰਡੀਗੜ੍ਹ ਹੈ, ਜਾਂ ਇੱਕ ਪੇਪਰ ਬਠਿੰਡੇ ਆ, ਦੂਜਾ ਚੰਡੀਗੜ੍ਹ ਹੈ, ਜਾਂ ਇੱਕ ਪੇਪਰ ਬਰਨਾਲੇ ਆ ਤੇ ਦੂਜਾ ਚੰਡੀਗੜ੍ਹ ਹੈ, ਤਾਂ ਵਿਦਿਆਰਥੀ ਕਿਵੇਂ ਪਹੁੰਚਣਗੇ? ਚੰਡੀਗੜ੍ਹ ਤੇ ਪੰਜਾਬ ਦੀ ਰਾਜਧਾਨੀ ਹੈ। ਹੁਣ ਚੰਡੀਗੜ੍ਹ ਦਾ ਐਡਮਿਨਿਸਟ੍ਰੇਸ਼ਨ ਕੀ ਪੰਜਾਬ ਦੇ ਨਾਲ ਗੱਲ ਨਹੀਂ ਕਰ ਸਕਦਾ ਸੀ ਕਿ ਅਸੀਂ ਆਹ ਪੇਪਰ ਇੰਨੀ ਤਰੀਕ ਨੂੰ ਰੱਖ ਰਹੇ ਹਾਂ, ਤੁਸੀਂ ਇਹਦੀ ਡੇਟ ਹੀ ਬਦਲਣੀ ਆ? ਉਹਨਾਂ ਦਾ ਕਿੱਡਾ ਵੱਡਾ ਭਲਾ ਹੋ ਜੂ। ਸਰਕਾਰ ਦੇ ਨੁਮਾਇੰਦਿਆਂ ਕੋਲੇ ਜਾਂਦੇ ਹੋ, ਥੋੜ੍ਹਾ ਜਿਹਾ ਕੋਈ ਪੜ੍ਹਿਆ ਲਿਖਿਆ ਮੰਤਰੀ ਹੁੰਦਾ ਉਹਦੇ ਕੋਲ ਬੈਠਦੇ ਹੋ, ਵੱਡੇ ਵੱਡੇ ਸ਼ਬਦ ਜਿਹੜੀ ਹੈਗੀ ਨੇਮ ਡਰੋਪਿੰਗ ਹੁੰਦੀ ਹੈ ਨਾ, ਕਹਿੰਦੇ ਵਰਡ ਡਰੋਪਿੰਗ, ਵੱਡੇ ਵੱਡੇ ਸ਼ਬਦ, ਵੱਡੇ ਵੱਡੇ ਨਾਂ ਤੁਹਾਡੇ ਸਾਹਮਣੇ ਡਰੋਪ ਕਰਨਗੇ ਉਹ। ਸਿਸਟਮ ਕੀ ਹੈਗਾ ਕਿ ਮਸਲੇ ਸੁਲਝਣ। ਕਾਹਦੇ ਵਾਸਤੇ ਸਿਸਟਮ ਬਣਾਇਆ ਜਾਂਦਾ ਡੈਮੋਕ੍ਰੇਸੀ 'ਚ? ਅਲੱਗ-ਅਲੱਗ ਡਿਪਾਰਟਮੈਂਟ ਕਿਉਂ ਹੁੰਦੇ ਨੇ? ਕਿ ਮਸਲਾ ਸੁਲਝੇ। ਕੋਈ ਵੀ ਬੰਦਾ ਜਿਹੜਾ ਉਲਝਣ ਚਾਹੁੰਦੀ ਉਲਝਣ ਸੁਲਝਾਈਏ। ਇੱਥੇ ਉਲਟਾ ਗਾ, ਇੱਥੇ ਸੁਲਝੇ ਹੋਏ ਮਸਲੇ ਉਲਝਾ ਦਿੱਤੇ ਜਾਂਦੇ। ਕੀ ਲੱਗਦਾ ਕਿ ਹਾਲੇ ਤਾਂ ਕਾਫੀ ਦਿਨ ਪਏ ਨੇ ਤੇ ਤਰੀਕਾਂ ਬਦਲੀਆਂ ਜਾ ਸਕਦੀਆਂ ਇਹਨਾਂ ਪ੍ਰੀਖਿਆਵਾਂ ਦੀਆਂ? ਤੇ ਤੁਸੀਂ ਉਹਨੂੰ ਮੌਕਾ ਦੇ ਕੇ ਵੀ ਉਹ ਤੋਂ ਮੌਕਾ ਖੋਹ ਰਹੇ ਹੋ। ਯਾਨੀ ਉਹਨੂੰ ਮੌਕਾ ਦੇ ਵੀ ਦਿੱਤਾ, ਫਾਰਮ ਭਰਨ ਦਾ ਮੌਕਾ ਦਿੱਤਾ, ਡੇਟਾਂ ਦੇ ਕੇ ਉਹਦਾ ਮੌਕਾ ਖੋਹ ਲਿਆ ਤੁਸੀਂ। ਡੇਟ ਇੱਕ ਦਿਨ ਕਰਕੇ ਤੁਸੀਂ ਉਹਦਾ ਮੌਕਾ ਖੋਹ ਰਹੇ ਹੋ। ਕਕਾਰ ਲਹਾਏ ਗਏ ਸੀ ਸਿੱਖਾਂ ਦੇ, ਜੋ ਸਿੱਖ ਵਿਦਿਆਰਥੀ ਸੀ ਉਹਨਾਂ ਨੇ ਇਤਰਾਜ਼ ਜਤਾਇਆ ਸੀ, ਤੇ ਐਸਜੀਪੀਸੀ ਇਸ ਪੂਰੇ ਮਾਮਲੇ ਦੇ ਵਿੱਚ ਕੀ ਐਕਸ਼ਨ ਕਰ ਰਹੀ ਹੈ? ਵਿਦਿਆਰਥੀਆਂ ਨੇ ਇਤਰਾਜ਼ ਜਤਾਇਆ ਸੀ। ਵਿਦਿਆਰਥੀਆਂ ਨੇ ਕਿਹਾ ਸਾਡੇ ਨਾਲ ਐਂ ਹੋਇਆਗਾ। ਉਹਨਾਂ ਨੇ ਨੰਬਰ ਵੀ ਜਾਰੀ ਕੀਤੇ ਹੈਗੇ। ਹਾਲਾਂਕਿ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਅਜਿਹਾ ਹੁੰਦਾ ਤਾਂ ਸਰਕਾਰਾਂ ਮੁੱਦਾ ਚੁੱਕਦੀਆਂ ਨੇ, ਤੇ ਜੇ ਪੰਜਾਬ ਦੇ ਵਿੱਚ ਅਜਿਹਾ ਹੋਣਾ ਬੇਹੱਦ ਮੰਦਭਾਗਾ। ਕੀ ਲੱਗਦਾ ਹੈ ਕਿ ਸਾਜ਼ਿਸ਼ ਹੋ ਸਕਦੀ ਹੈ? ਲੋਕ ਮਹਿਸੂਸ ਕਰਨ, ਕਹਿਣ ਦੀ ਲੋੜ ਨਾ ਪਵੇ ਸਾਡੇ ਦੇਸ਼ 'ਚ ਮਿਨੋਰਿਟੀਆਂ ਬਹੁਤ ਸੁਰੱਖਿਅਤ ਨੇ, ਕਹਿਣ ਦੀ ਲੋੜ ਨਾ ਪਵੇ। ਮਿਨੋਰਿਟੀ ਖੁਦ ਕਹੇ ਕਿ ਸਾਡਾ ਮੁਲਕ ਦੇਖੋ ਕਿੰਨਾ ਵਧੀਆ। 29 ਤਰੀਕ ਨੂੰ ਹੋਣਗੀਆਂ ਪੰਜਾਬ ਦੇ ਵਿੱਚ 3 ਪ੍ਰੀਖਿਆਵਾਂ। ਆਖਿਰ ਸਰਕਾਰਾਂ ਇਸ ਗੱਲ ਦਾ ਧਿਆਨ ਕਿਉਂ ਨਹੀਂ ਰੱਖਦੀਆਂ? ਸਿੱਖਾਂ ਨੂੰ ਇਤਰਾਜ਼ ਕਿ ਪ੍ਰੀਖਿਆਵਾਂ ਤੋਂ ਪਹਿਲਾਂ ਕਿਉਂ ਲਹਾਏ ਗਏ ਕਕਾਰ। ਐਸਜੀਪੀਸੀ ਨੇ ਵੀ ਬਣਾਈ ਜਾਂਚ ਕਮੇਟੀ। ਇਹਨਾਂ ਹੀ ਮੁੱਦਿਆਂ ਨੂੰ ਡੀਕੋਡ ਕਰਦੇ ਹਾਂ ਸਾਡੇ ਖਾਸ ਪ੍ਰੋਗਰਾਮ ਰਾਜਨੀਤੀ ਡੀਕੋਡ ਦੇ ਵਿੱਚ, ਤੇ ਗੱਲਬਾਤ ਕਰਦੇ ਹਾਂ ਪ੍ਰੋ ਪੰਜਾਬ ਟੀਵੀ ਦੇ ਸੰਪਾਦਕ ਯਾਦਵਿੰਦਰ ਸਿੰਘ ਉਹਨਾਂ ਦੇ ਨਾਲ। ਤਾਂ ਯਾਦਵਿੰਦਰ ਜੀ 29 ਤਰੀਕ ਨੂੰ ਤਿੰਨ ਪੇਪਰ ਰੱਖ ਦਿੱਤੇ ਗਏ ਨੇ। ਆਖਿਰ ਸਰਕਾਰ ਦੇ ਵੱਲੋਂ ਅਜਿਹਾ ਕਿਉਂ ਕੀਤਾ ਗਿਆ ਹੈ? ਦੇਖੋ, ਇੱਕ ਤਾਂ ਇਹ ਸਮਝ ਨਹੀਂ ਆਉਂਦਾ ਕਿ ਹੋਰ ਸਿਸਟਮ ਤਾਂ ਨਹੀਂ ਠੀਕ ਹੁੰਦਾ। ਜਿਹੜਾ ਸਿਸਟਮ ਬਣਾ ਰਹੇ ਹੋਗੇ, ਰੁਜ਼ਗਾਰ ਤਾਂ ਤੁਸੀਂ ਸਾਰਿਆਂ ਨੂੰ ਨਹੀਂ ਦੇ ਸਕਦੇ। ਰੁਜ਼ਗਾਰ ਦੇ ਲਈ ਇੱਕ ਪ੍ਰੀਖਿਆ ਰੱਖ ਰਹੇ ਹੋ, ਉਹ ਪ੍ਰੀਖਿਆ ਦੇ ਅੰਦਰ ਵੀ ਇੱਕ ਡੇਟ ਨੂੰ 3 ਪੇਪਰ ਰੱਖ ਦਿੰਦੇ ਹੋ। 29 ਤਰੀਕ ਨੂੰ ਜੇਲ੍ਹ ਵਾਰਡਨ ਦਾ ਹੀ ਪੇਪਰ ਆ, 29 ਤਰੀਕ ਨੂੰ ਕੋਆਪਰੇਟਿਵ ਬੈਂਕ ਦਾ ਵੀ ਆ, 29 ਤਰੀਕ ਨੂੰ ਚੰਡੀਗੜ੍ਹ MC ਦੇ ਅੰਦਰ ਵੀ ਪੋਸਟਾਂ ਕੱਢੀਆਂ ਗਈਆਂ ਨੇ, ਉਹਨਾਂ ਦਾ ਵੀ ਪੇਪਰ ਹੈ। ਔਰ ਇਹਨਾਂ ਦੀ ਟਾਈਮਿੰਗ ਵੀ ਤਕਰੀਬਨ ਮਿਲਦੀ ਹੈ। ਯਾਨੀ ਟਾਈਮਿੰਗ ਵੀ ਇਹ ਨਹੀਂਗਾ ਕਿ ਟਾਈਮਿੰਗ ਇਹ ਹੋਵੇ ਕਿ ਇੱਕ ਟਾਈਮਿੰਗ ਬਿਲਕੁਲ ਸਵੇਰੇ ਅਰਲੀ ਮਾਰਨਿੰਗ ਆ ਅਤੇ ਦੂਜੇ ਦੀ ਟਾਈਮਿੰਗ ਈਵਨਿੰਗ 'ਚ 6 ਵਜੇ ਆ, 7 ਵਜੇ ਆ, ਯਾਨੀ ਵਿਦਿਆਰਥੀ ਆ ਜਾਣ। ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈਗੀ। ਔਰ ਮੈਂ ਤੁਹਾਨੂੰ ਦੱਸ ਦਿੰਦਾ ਟਾਈਮਿੰਗ ਕੀ ਹੈਗੀ। ਜਿਹੜਾ ਕੋਆਪਰੇਟਿਵ ਬੈਂਕਾਂ ਵਾਲੀ ਇਹਦੀ 10 ਤੋਂ 12, 2 ਤੋਂ 4, ਅਤੇ ਚੰਡੀਗੜ੍ਹ MC ਦੀ ਜਿਹੜੀ ਹੈਗੀ ਉਹ 10 ਤੋਂ 12 ਜਿਹੜਾ ਟਾਈਮ ਹੈਗਾ, ਡੇਟ 29 ਤਰੀਕ ਨੂੰ ਇਹੀ ਹੈ, 29 ਤਰੀਕ ਨੂੰ ਇਹ ਹੈਗਾ। ਔਰ ਨਾਲ ਹੀ ਜੇਲ੍ਹ ਵਾਰਡਨ ਦਾ। ਤਾਂ ਜਾਂ ਤਾਂ ਤੁਸੀਂ ਇਹ ਕੀਤਾ ਹੋਵੇ ਇੱਕ ਦਿਨ ਰੱਖਤਾ, ਪਰ ਉਹਨਾਂ ਦਾ ਟਾਈਮਿੰਗ ਬਹੁਤ ਇਸ ਤਰ੍ਹਾਂ ਦੀ ਹੈ। ਔਰ ਇੱਕ ਪੇਪਰ ਮੰਨ ਲਓ ਪਟਿਆਲੇ ਹੈ, ਦੂਜਾ ਪੇਪਰ ਚੰਡੀਗੜ੍ਹ ਹੈ, ਜਾਂ ਇੱਕ ਪੇਪਰ ਬਠਿੰਡੇ ਆ, ਦੂਜਾ ਚੰਡੀਗੜ੍ਹ ਹੈ, ਜਾਂ ਇੱਕ ਪੇਪਰ ਬਰਨਾਲੇ ਆ ਅਤੇ ਦੂਜਾ ਚੰਡੀਗੜ੍ਹ ਹੈ, ਤਾਂ ਵਿਦਿਆਰਥੀ ਕਿਵੇਂ ਪਹੁੰਚਣਗੇ? ਪਹਿਲਾਂ ਤਾਂ ਟਾਈਮਿੰਗ 'ਚ ਗੈਪ ਨਹੀਂ ਹੈਗਾ। ਤਾਂ ਇਹ ਸਮਝ ਨਹੀਂ ਆਉਂਦਾ ਗੱਲ, ਜਦੋਂ ਆਪਾਂ ਸਿਸਟਮ 'ਤੇ ਹਮੇਸ਼ਾ ਸਵਾਲ ਕਿਉਂ ਖੜੇ ਕਰ ਦਿਆਂਗੇ। ਸਾਨੂੰ ਕੋਈ ਸ਼ੌਂਕ ਥੋੜ੍ਹੀ ਹੈਗਾ। ਆਪਾਂ ਅਕਸਰ ਕਹਿੰਦੇ ਹਾਂ ਸਿਸਟਮ ਦੇ ਅੰਦਰ ਗੜਬੜਾਂ ਨੇ। ਕਿਉਂ ਨੇ? ਕਿਉਂਕਿ ਸਿਸਟਮ ਦੇ ਅੰਦਰ ਇੱਕ ਮਕੈਨੀਕਲ ਲੋਕ ਬੈਠੇ ਆ ਜਿਨ੍ਹਾਂ ਦਾ ਕੋਈ ਤਾਲਮੇਲ ਨਹੀਂ। ਜੇ ਕਿਤੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਪੰਜਾਬ ਨਾਲ ਗੱਲ ਕਰੇ, ਪੰਜਾਬ ਦੇ ਦੋਵੇਂ ਵਿਭਾਗ ਆਪਣੇ ਨਾਲ ਗੱਲ ਕਰਨ, ਤਾਂ ਕੀ ਇਹ ਤਰੀਕਾਂ ਕਲੈਸ਼ ਹੋਣੀਆਂ ਸੀ? ਹੁਣ ਜਿਨ੍ਹਾਂ ਵਿਦਿਆਰਥੀਆਂ ਨੇ ਫਾਰਮ ਭਰੇ ਨੇ ਉਹਨਾਂ ਦੇ ਪੈਸੇ ਸਰਕਾਰ ਨੂੰ ਲੱਗ ਸਕਦਾ, ਕਿਸੇ ਅਫਸਰ ਨੂੰ, ਕਿਸੇ ਮੰਤਰੀ ਨੂੰ। 500 ਰੁਪਇਆ ਕੀ ਹੁੰਦਾ, 700 ਕੀ ਹੁੰਦਾ, 1000 ਕੀ ਹੁੰਦਾ। ਉਹਨਾਂ ਬੱਚਿਆਂ ਤੋਂ ਪੁੱਛੋ ਜਿਨ੍ਹਾਂ ਨੇ ਵਿਚਾਰਿਆਂ ਨੇ ਪਤਾ ਨਹੀਂ ਕਿਵੇਂ ਫੀਸਾਂ ਭਰੀਆਂ ਹੋਣੀਆਂ। ਕਰੋੜਾਂ ਰੁਪਇਆ ਸਰਕਾਰਾਂ ਕੋਲ ਇਕੱਠਾ ਹੋਣਾ। ਤੇ ਬੱਚਿਆਂ ਤੋਂ ਤਾਂ ਕੀ ਰਾਏ ਲੈਣੀ ਹੈ ਇਸ ਮਸਲੇ 'ਚ ਕਿ ਪੇਪਰ ਕਿਵੇਂ ਹੋਣ, ਕਿਵੇਂ ਨਾ ਹੋਣ। ਵੈਸੇ ਤਾਂ ਤੁਸੀਂ ਦੁਨੀਆ ਦੇ ਹੋਰ ਮੁਲਕਾਂ 'ਚ ਦੇਖੋਗੇ ਬਹੁਤ ਸਾਰੇ ਇਸ ਤਰ੍ਹਾਂ ਦੀ ਪ੍ਰੈਕਟਿਸ ਵੀ ਹੁੰਦੀ ਹੈ, ਪਰ ਇੱਥੇ ਸਾਡੇ ਉਹ ਤਾਂ ਕੀ ਹੋਣਾ, ਉਲਟੇ ਪਾਸੋਂ ਇੱਕੋ ਤਰੀਕ ਨੂੰ
3 ਪੇਪਰ। ਤਾਂ ਇਹ ਇੱਕ ਪੂਰੇ ਦੇ ਪੂਰੇ ਸਿਸਟਮ ਦੇ ਅੰਦਰ ਕਿਸ ਤਰੀਕੇ ਦਾ ਮਸਲਾ ਚੱਲ ਰਿਹਾ ਹੈਗਾ, ਕਿੰਨਾ ਉਹ ਅਚੇਤਨ ਆ, ਮੈਂ ਕਹੂੰਗਾ ਕੋਈ ਧਿਆਨ ਹੀ ਨਹੀਂ ਹੈਗਾ ਕਿ ਕਿਸ ਤਰੀਕੇ ਦੇ ਨਾਲ ਇੱਕ ਪੇਪਰ 1 ਤਰੀਕ ਨੂੰ ਆ ਜਾਂਦੇ ਨੇ, 3 ਪੇਪਰ 1 ਤਰੀਕ ਨੂੰ ਆ ਜਾਂਦੇ ਨੇ। ਤਾਂ ਦਿਵਾਲਾ ਜੇ ਕਹਿਣਾ ਹੋਵੇ, ਦਿਵਾਲਾ ਨਿਕਲਿਆ ਹੋਇਆਗਾ ਸਾਡੇ ਸਿਸਟਮ ਦਾ। ਯਾਨੀ ਸਾਡੇ ਸਿਸਟਮ ਨੂੰ ਇਹ ਨਹੀਂ ਪਤਾ ਕਿ 1 ਤਰੀਕ ਨੂੰ 3 ਪੇਪਰ ਆ ਰਹੇ। ਇਸ ਦੇਸ਼ ਆ ਨਾ, ਵੈਸੇ ਤਾਂ ਬੜਾ ਕਹਿੰਦੇ ਹੋ ਜਦੋਂ ਕੋਈ ਵੀ ਬੰਦਾ ਕਹਿੰਦਾ ਜੀ ਚੰਡੀਗੜ੍ਹ ਦੇ ਬੱਚਿਆਂ ਨੇ ਆਹ ਜਿੱਤ ਲਿਆ, ਪੰਜਾਬ ਦਿਆਂ ਨੇ ਜਿੱਤ ਲਿਆ, ਨਾਲ ਦੀ ਨਾਲ ਹਾਰਡਕੋਰ ਰਾਈਟ ਵਿੰਗ ਆ ਜਾਂਦਾ ਕਿ ਇਹ ਪੰਜਾਬ ਨਹੀਂ, ਚੰਡੀਗੜ੍ਹ ਨਹੀਂ, ਦੇਸ਼ ਹੈ। ਫਿਰ ਜਦੋਂ ਦੇਸ਼ ਆ, ਦੇਸ਼ ਦੇ ਕਿਸੇ ਵੀ ਹਿੱਸੇ 'ਚ ਕਿਵੇਂ ਮਰਜ਼ੀ ਪੇਪਰ ਹੋ ਰਹੇ ਨੇ, ਤਾਲਮੇਲ ਕਿਉਂ ਨਹੀਂ ਆ? ਤਾਂ ਉਹ ਤਾਲਮੇਲ ਕਿਉਂ ਨਹੀਂ ਰੱਖਦੇ ਕਿ ਉਹ ਵਿਦਿਆਰਥੀ ਜਿਹੜੇ ਵਿਚਾਰੇ ਪਹਿਲਾਂ ਤਾਂ ਉਹਨਾਂ ਨੂੰ ਪਤਾ ਨਹੀਂ, ਉਮੀਦ ਨਹੀਂ ਕਿ ਨੌਕਰੀ ਮਿਲੇਗੀ ਜਾਂ ਨਹੀਂ ਮਿਲੇਗੀ, ਨੌਕਰੀ 'ਚ ਤਾਂ ਉਹਨਾਂ ਨੇ ਖੱਜਲ ਖੁਆਰ ਹੋਈ ਨੇ, ਪੜ੍ਹ ਲਿਖ ਕੇ ਅਜੇ ਤੱਕ ਉਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ। ਜਦੋਂ ਪੇਪਰ ਭਰਦੇ ਆ ਉਦੋਂ ਵੱਡੀ ਖੱਜਲ ਖੁਆਰੀ ਉਹਨਾਂ ਦੇ ਸਾਹਮਣੇ ਖੜੇ ਕਰ ਦਿੰਦੇ ਹੋ, ਯਾਨੀ ਉਹ ਪੇਪਰ ਹੀ ਨਹੀਂ ਦੇ ਸਕਦੇ, ਪੈਸੇ ਵੀ ਉਹਨਾਂ ਦੇ ਜਾਈ ਜਾਣਗੇ ਤੇ ਉਹਨਾਂ ਨੇ ਪੇਪਰ ਵੀ ਭਰਤੇ। ਤੇ ਲੱਖਾਂ ਵਿਦਿਆਰਥੀ ਆ ਜਿਹੜੇ, ਪਹਿਲਾਂ ਆਪਾਂ ਦੇਖਿਆ ਪਟਵਾਰੀ ਵਾਲੇ 'ਚ 2.5 ਲੱਖ ਦੇ ਕਰੀਬ ਵਿਦਿਆਰਥੀ ਸੀ, ਹੁਣ ਵੀ ਲੱਖਾਂ ਵਿਦਿਆਰਥੀਆਂ ਨੇ ਪੇਪਰ ਭਰੇ ਨੇ। ਤੇ ਇੰਨੇ ਫੋਨ ਆਉਂਦੇ ਨੇ, ਆਪਾਂ ਇੱਕ ਸ਼ੋਅ ਕੀਤਾ ਉਹ ਤੋਂ ਬਾਅਦ ਇੰਨੇ ਜ਼ਿਆਦਾ ਫੋਨ ਆਏ ਨੇ ਪੰਜਾਬ ਭਰ 'ਚੋਂ ਬਹੁਤ ਸਾਰੇ ਮਸਲਿਆਂ ਨੂੰ ਲੈ ਕੇ। ਅਸੀਂ ਆਉਣ ਵਾਲੇ ਦਿਨਾਂ 'ਚ ਵੀ ਉਹਨਾਂ ਦੇ ਮਸਲੇ ਉਠਾਵਾਂਗੇ। ਅਗਰ ਹੋਰ ਵੀ ਮਸਲਾ ਸਾਨੂੰ ਜ਼ਰੂਰ WhatsApp ਦੇ ਉੱਤੇ ਭੇਜਣ ਤੇ ਅਸੀਂ ਉਹ ਮਸਲੇ ਵੀ ਉਠਾਵਾਂਗੇ। ਇਹ ਮਸਲਾ ਬਾਰ-ਬਾਰ ਆ ਰਿਹਾ ਸੀ ਵਿਦਿਆਰਥੀਆਂ ਦਾ, ਜੀ ਦੱਸੋ ਸਰਕਾਰ ਦੇ ਲਈ, ਸਰਕਾਰ ਦੇ ਸਾਹਮਣੇ ਕੋਈ ਗੱਲ ਰੱਖੋ ਸਾਡੀ, ਤਾਂ ਕਿ ਸਰਕਾਰ ਸਾਡੀ ਸੁਣੇ। ਤੇ ਇੰਨੇ ਵਿਚਾਰੇ ਉਹ ਨਾ ਉਮੀਦੀ ਦੇ ਨਾਲ ਗੱਲ ਕਰਦੇ ਹੈਗੇ ਕਿ ਉਹਨਾਂ ਨੂੰ ਕੋਈ ਉਮੀਦ ਨਹੀਂ ਹੈ ਸਿਸਟਮ ਤੋਂ, ਉਹ ਪਹਿਲਾਂ ਹੀ ਨਿਰਾਸ਼ ਨੇ ਸਿਸਟਮ ਤੋਂ, ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਿਆ, ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ, ਉੱਪਰੋਂ ਪੇਪਰ ਆਉਂਦੇ ਨੇ ਉਹਨਾਂ ਨੂੰ ਹੋਰ ਨਿਰਾਸ਼ ਕੀਤਾ ਜਾਂਦਾ। ਤਾਂ ਇਸ ਤਰ੍ਹਾਂ ਦੀ ਗੱਲ ਬਾਰੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ। ਉਹੀ ਭੰਬਲ ਭੂਸਾ ਕਿਉਂ ਬਣਾਇਆ ਗਿਆ? ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਕਿ ਵਿਦਿਆਰਥੀਆਂ ਨੂੰ ਜਿਹੜੀਆਂ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ? ਦੇਖੋ ਇਹ ਤਾਂ ਜੇ ਹੁਣ ਕੋਈ ਮੰਨ ਲਓ, ਮੈਂ ਕਹਿੰਦਾ ਕਿ ਤਾਲਮੇਲ ਕਮੇਟੀ ਨਹੀਂ, ਮੰਨ ਲਓ ਪੇਪਰ ਹੁੰਦੇ ਹੈਗੇ ਪੂਰੇ ਦੇਸ਼ 'ਚ ਹੁੰਦੇ ਆ, ਸਾਰੇ ਵਿਦਿਆਰਥੀਆਂ ਨੂੰ ਰਾਈਟ ਆ ਕਿਸੇ ਹੋਰ ਸਟੇਟ 'ਚ ਵੀ ਪੇਪਰ ਭਰ ਸਕਦੇ ਆ, ਤਾਂ ਕੋਈ ਤਾਲਮੇਲ ਕਮੇਟੀ ਪੂਰੇ ਦੇਸ਼ 'ਚ ਕਿਉਂ ਨਹੀਂ ਬਣਦੀ? ਚੰਡੀਗੜ੍ਹ ਤੇ ਪੰਜਾਬ ਦੀ ਰਾਜਧਾਨੀ ਹੈ, ਹੁਣ ਚੰਡੀਗੜ੍ਹ ਦਾ ਐਡਮਿਨਿਸਟ੍ਰੇਸ਼ਨ ਕੀ ਪੰਜਾਬ ਦੇ ਨਾਲ ਗੱਲ ਨਹੀਂ ਕਰ ਸਕਦਾ ਸੀ ਕਿ ਅਸੀਂ ਆਹ ਪੇਪਰ ਇੰਨੀ ਤਰੀਕ ਨੂੰ ਰੱਖ ਰਹੇ ਹਾਂ, ਤੁਸੀਂ ਇਹਦੀ ਡੇਟ ਹੀ ਬਦਲਣੀ ਆ? ਉਹਨਾਂ ਦਾ ਕਿੱਡਾ ਵੱਡਾ ਭਲਾ ਹੋ ਜੂ। ਇੱਕ ਤੁਹਾਡੇ ਨਿੱਕੀ ਜੀ ਘੁੱਗੀ ਦੇ ਨਾਲ, ਜਿਹੜੀ ਆਪਾਂ ਕਹਿੰਦੇ ਨਾ ਪਿੰਡਾਂ ਘੁੱਗੀ ਮਾਰਨੀ ਅਫਸਰਾਂ ਦੀ, ਉਹਦੇ ਨਾਲ ਕਿੰਨਾ ਵੱਡਾ ਭਲਾ ਹੋ ਸਕਦਾ। ਕਾਗਜ਼ ਤੇ ਸਾਈਨ ਹੀ ਕਰਨੇ ਆ, ਤਰੀਕਾਂ ਬਦਲਣ ਦੇ ਲਈ ਅਗਰ ਤੁਹਾਡਾ ਤਾਲਮੇਲ ਆ, ਮੰਨ ਲਓ ਤੁਸੀਂ ਰੱਖ ਲਈਆਂ ਡੇਟਾਂ, ਤਾਲਮੇਲ ਦੀ ਗੱਲ ਆ ਨਾ, ਡੇਟਾ ਰੱਖੇ ਨਹੀਂ ਜਾਣੀ ਅਗਰ ਤਾਲਮੇਲ ਹੋਵੇ। ਇਹ ਭੰਬਲ ਭੂਸਾ ਕਿਉਂ ਪੈਦਾ ਹੁੰਦਾ? ਕਿਉਂਕਿ ਤਾਲਮੇਲ ਹੀ ਨਹੀਂ ਹੈਗਾ, ਦੇਸ਼ 'ਚ ਤਾਲਮੇਲ ਨਹੀਂ ਹੈਗਾ, ਸੂਬਿਆਂ 'ਚ ਤਾਲਮੇਲ ਨਹੀਂ ਹੈਗਾ, ਸਰਕਾਰਾਂ 'ਚ ਤਾਲਮੇਲ ਨਹੀਂ ਹੈਗਾ, ਅਫਸਰਾਂ 'ਚ ਤਾਲਮੇਲ ਨਹੀਂ ਹੈਗਾ। ਪੰਜਾਬ ਵਾਲੇ ਪੇਪਰ ਤਾਂ ਪੰਜਾਬ ਦੇ ਹੀ ਨੇ, ਜਿਹੜਾ ਜੇਲ੍ਹ ਵਾਰਡਨ ਤੇ ਕੋਆਪਰੇਟਿਵ ਦਾ, ਉਹ ਤਾਂ ਪੰਜਾਬ ਦੀ ਹੈ ਨਾ। ਇਹਦਾ ਮਤਲਬ ਵਿਭਾਗਾਂ 'ਚ ਤਾਲਮੇਲ ਨਹੀਂ ਆ। ਤਾਂ ਜੇ ਤਾਲਮੇਲ ਹੋਵੇ, ਇਸ ਤਰ੍ਹਾਂ ਦੀ ਗੱਲ ਨਾ ਹੋਵੇ। ਇਸ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ ਸਿਸਟਮ ਦੇ ਉੱਤੇ ਬਹੁਤ ਵੱਡੇ ਸਵਾਲ ਖੜੇ ਕਰਦੀਆਂ ਨੇ ਕਿ ਇੱਕ ਪਾਸੇ ਦਾ ਤੁਸੀਂ ਗਵਰਨੈਂਸ ਰਿਫਾਰਮ, ਵੱਡੇ ਵੱਡੇ ਸ਼ਬਦ ਤੁਸੀਂ ਸੁਣੋਗੇ ਨਾ, ਸਰਕਾਰਾਂ ਦੇ ਅਫਸਰਾਂ ਕੋਲੇ ਜਾਓਗੇ, ਸਰਕਾਰ ਦੇ ਨੁਮਾਇੰਦਿਆਂ ਕੋਲੇ ਜਾਂਦੇ ਹੋ, ਥੋੜਾ ਜਿਹਾ ਕੋਈ ਪੜ੍ਹਿਆ ਲਿਖਿਆ ਮੰਤਰੀ ਹੁੰਦਾ ਉਹਦੇ ਕੋਲ ਬੈਠਦੇ ਹੋ, ਵੱਡੇ ਵੱਡੇ ਸ਼ਬਦ ਜਿਹੜੀ ਹੈਗੀ ਨੇਮ ਡ੍ਰੌਪਿੰਗ ਹੁੰਦੀ ਹੈ ਨਾ, ਕਹਿੰਦੇ ਵਰਡ ਡ੍ਰੌਪਿੰਗ, ਵੱਡੇ ਵੱਡੇ ਸ਼ਬਦ, ਵੱਡੇ ਵੱਡੇ ਨਾਂ ਤੁਹਾਡੇ ਸਾਹਮਣੇ ਡ੍ਰੌਪ ਕਰਨਗੇ ਉਹ, ਔਰ ਦੱਸਣਗੇ ਕਿ ਜੀ ਸਿਸਟਮ ਤੁਸੀਂ ਐ ਅੰਡਰਸਟੈਂਡ ਕਰਦੇ ਹੋ, ਕਹਾਣੀ ਤਾਂ ਅਸਲ 'ਚ ਇਹ ਆ। ਤਾਂ ਹੁਣ ਜਦੋਂ ਤੁਸੀਂ ਇਹ ਕਹਿੰਦੇ ਹੋਗੇ ਕਿ ਇਹ ਲੋਕ ਤਾਂ ਬਿਨਾਂ ਗੱਲ ਤੋਂ ਸਵਾਲ ਖੜੇ ਕਰ ਦਿੰਦੇ ਨੇ, ਪੱਤਰਕਾਰ ਵੀ, ਸਾਡੇ ਤੇ ਬਹੁਤ ਸਾਰੇ ਲੋਕ, ਹਮੇਸ਼ਾ ਨਾਰਾਜ਼ਗੀ ਰਹਿੰਦੀ ਆ ਸਰਕਾਰਾਂ ਨੂੰ ਜਦੋਂ ਪੱਤਰਕਾਰ ਕਿਸੇ ਮਸਲੇ ਤੇ ਗੱਲ ਕਰਦਾ, ਲੋਕਾਂ ਦੀ ਗੱਲ ਕਰਦਾ ਹੈ, ਤਾਂ ਸਰਕਾਰਾਂ ਨੂੰ ਹਮੇਸ਼ਾ ਨਾਰਾਜ਼ਗੀ ਹੁੰਦੀ ਹੈ। ਤਾਂ ਜੇ ਸਰਕਾਰਾਂ ਠੀਕ ਕੰਮ ਕਰਨ ਤਾਂ ਪੱਤਰਕਾਰ ਕਿਉਂ ਸਵਾਲ ਖੜੇ ਕਰਨ? ਉਹਨਾਂ ਨੂੰ ਕਿਹੜਾ ਕੋਈ ਚਾਅ ਆ ਕਿ ਸਰਕਾਰ ਤੇ ਸਵਾਲ ਹੀ ਖੜੇ ਕਰਨੇ ਆ? ਸਰਕਾਰ ਤੇ ਸਵਾਲ ਖੜੇ ਕਰਨਾ ਪੱਤਰਕਾਰ ਦਾ ਧਰਮ ਆ, ਪਰ ਪੱਤਰਕਾਰ ਉਸੇ ਗੱਲ ਤੇ ਸਵਾਲ ਖੜਾ ਕਰਦਾ ਜਿਹੜੀ ਗੱਲ ਵਾਕਈ ਮੁੱਦਾ ਹੁੰਦੀ ਹੈ। ਇਸ ਕਰਕੇ ਸਰਕਾਰਾਂ ਨੂੰ ਸੋਚਣ ਦੀ ਲੋੜ ਹੈ ਕਿ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ, ਤੁਹਾਨੂੰ ਤਾਲਮੇਲ ਬਣਾਉਣਾ ਚਾਹੀਦਾ ਹੈ, ਡਿਪਾਰਟਮੈਂਟਾਂ ਨੂੰ ਤਾਲਮੇਲ ਬਣਾਉਣਾ ਚਾਹੀਦਾ ਤੇ ਮਸਲਿਆਂ ਦਾ ਹੱਲ ਨਿਕਲਣਾ ਚਾਹੀਦਾ। ਮਸਲੇ ਸੁਲਝਦੇ ਨਹੀਂ, ਉਲਝਦੇ ਰਹਿੰਦੇ ਨੇ। ਸਿਸਟਮ ਕੀ ਹੈਗਾ ਕਿ ਮਸਲੇ ਸੁਲਝਣ। ਕਾਹਦੇ ਵਾਸਤੇ ਸਿਸਟਮ ਬਣਾਇਆ ਜਾਂਦਾ ਡੈਮੋਕ੍ਰੇਸੀ 'ਚ? ਅਲੱਗ-ਅਲੱਗ ਡਿਪਾਰਟਮੈਂਟ ਕਿਉਂ ਹੁੰਦੇ ਨੇ? ਕਿ ਮਸਲਾ ਸੁਲਝੇ। ਕੋਈ ਵੀ ਬੰਦਾ ਜਿਹੜਾ ਉਲਝਣ ਚਾਹੁੰਦੀ ਉਲਝਣ ਸੁਲਝਾਈਏ। ਇੱਥੇ ਉਲਟਾ ਹੈਗਾ, ਇੱਥੇ ਸੁਲਝੇ ਹੋਏ ਮਸਲੇ ਉਲਝਾ ਦਿੱਤੇ ਜਾਂਦੇ ਨੇ, ਜਿਨ੍ਹਾਂ ਕਰਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਜੀ, ਕੀ ਲੱਗਦਾ ਕਿ ਹਾਲੇ ਤਾਂ ਕਾਫੀ ਦਿਨ ਪਏ ਨੇ ਤੇ ਤਰੀਕਾਂ ਬਦਲੀਆਂ ਜਾ ਸਕਦੀਆਂ ਇਹਨਾਂ ਪ੍ਰੀਖਿਆਵਾਂ ਦੀਆਂ? ਕੀ ਨਹੀਂ ਬਦਲਿਆ ਜਾ ਸਕਦਾ? ਇੱਥੇ ਤੇ ਹਰ ਤੀਜੇ ਦਿਨ ਬਿੱਲ ਲਿਆ ਕੇ ਲੋਕ ਸਭਾ ਦੇ ਅੰਦਰ, ਰਾਜ ਸਭਾ 'ਚ ਕੀ ਬਦਲਿਆ? ਜਦੋਂ ਐਡੀਆਂ ਗੱਲਾਂ ਬਦਲਤੀਆਂ ਜਿਹੜੀਆਂ ਕਨਸਟੀਟਿਊਸ਼ਨ ਦੇ ਮੁਤਾਬਕ ਨਹੀਂ ਸੀ। ਹਮੇਸ਼ਾ ਸਵਾਲ ਉੱਠੇ ਇਸ ਦੇਸ਼ ਦੇ ਅੰਦਰ ਕਿ ਜਿਵੇਂ ਧਾਰਾ 370 ਨੂੰ ਲੈ ਕੇ ਸਵਾਲ ਉੱਠਿਆ, ਕਸ਼ਮੀਰੀਆਂ ਨੇ ਸਵਾਲ ਉਠਾਇਆ, ਇਸ ਤੋਂ ਇਲਾਵਾ ਉੱਥੋਂ ਦੇ ਹੋਰ ਮਸਲਿਆਂ ਨੂੰ ਲੈ ਕੇ ਸਵਾਲ ਉਠਾਇਆ, ਸਟੇਟਾਂ ਨੇ ਬਹੁਤ ਸਾਰੇ ਮਸਲੇ ਉਠਾਏ, ਮਮਤਾ ਬੈਨਰਜੀ ਨੇ ਬਹੁਤ ਸਾਰੇ ਮਸਲੇ ਉਠਾਏ
ਕੈਪਟਨ ਵੀ ਮਸਲੇ ਉਠਾਉਂਦੇ ਰਹੇ ਨੇ, CBI ਜਦੋਂ ਇੰਟਰਵੈਨ ਕਰਦੀ ਆ ਬਹੁਤ ਸਾਰੀਆਂ ਗੱਲਾਂ 'ਚ, ਉਹਨਾਂ 'ਚ ਤਾਂ ਨਾਲ ਦੀ ਨਾਲ ਅਮੈਂਡਮੈਂਟ ਲਿਆ ਕੇ ਸਰਕਾਰ ਆਪਣੇ ਮੁਤਾਬਕ ਕਰ ਲੈਂਦੀ ਹੈ। ਲੇਬਰ ਲਾਅ ਬਦਲਨੇ ਜਦੋਂ 1 ਮਿੰਟ 'ਚ ਅਮੈਂਡਮੈਂਟ, ਕਿਸਾਨਾਂ ਦੇ ਉੱਤੇ ਲਿਆਉਣਾ 1 ਮਿੰਟ 'ਚ ਬਿੱਲ ਆ ਜਾਂਦੇ ਨੇ। ਤਾਂ ਇਹ ਤਾਂ ਬਹੁਤ ਗੱਲ ਹੀ ਕੁਛ ਨਹੀਂ, ਡੇਟਾਂ ਜੇ ਗਲਤ ਹੋ ਗਈਆਂ ਇਹਨੂੰ ਠੀਕ ਕਰਨਾ ਕੋਈ ਗੱਲ ਨਹੀਂ ਆ, ਪਰ ਕਿਉਂਕਿ ਸਿਸਟਮ ਆ, ਸਿਸਟਮ ਨੂੰ ਕੌਣ ਜਗਾਵੇ? ਸਿਸਟਮ ਦਾ ਕੋਈ ਚਿਹਰਾ ਤਾਂ ਨਹੀਂ ਹੈ ਕਿ ਤੁਸੀਂ ਦਾ ਦਰਵਾਜ਼ਾ ਖੜਕਾਓਗੇ ਜਾ ਕੇ। ਮਤਲਬ ਸਿਸਟਮ ਹੁਣ ਐ ਹੋ ਗਿਆ, ਮੈਂ ਦੇਖਦਾ ਹੁੰਦਾ ਕਿ ਮੀਡੀਆ ਤੇ ਸਰਕਾਰ ਦਾ ਰਿਲੇਸ਼ਨ ਕੀ ਹੁੰਦਾ ਸੀ। ਮੀਡੀਆ ਮਸਲੇ ਉਠਾਉਂਦਾ ਸੀ, ਸਰਕਾਰਾਂ ਗੌਰ ਨਾਲ ਸੁਣ ਕੇ ਉਹਨੂੰ ਠੀਕ ਕਰਦੀਆਂ ਸੀ। ਹੁਣ ਸਰਕਾਰਾਂ ਵੀ ਇੰਨੀਆਂ ਮਤਲਬ ਇਸ ਤਰੀਕੇ ਨਾਲ ਹੋ ਗਈਆਂ ਕਿ ਮੀਡੀਆ 'ਚ ਕੀ ਹੋ ਰਿਹਾ ਉਹਨਾਂ ਨੂੰ ਇਸ ਗੱਲ ਦੇ ਉੱਤੇ ਜਿਹੜਾ ਬਹੁਤ ਸੈਂਸਿਟਿਵਲੀ ਰਿਸਪੌਂਡ ਕਰਨਾ ਚਾਹੀਦਾ ਉਵੇਂ ਸੈਂਸਿਟਿਵਲੀ ਰਿਸਪੌਂਡ ਨਹੀਂ ਹੁੰਦਾ। ਸਰਕਾਰਾਂ ਲੋਕਾਂ ਲਈ ਹੁੰਦੀਆਂ ਨੇ, ਸਰਕਾਰਾਂ ਨੂੰ ਲੋਕ ਚੁਣਦੇ ਆ। ਮੀਡੀਆ ਦਾ ਕੰਮ ਹੈ ਲੋਕਾਂ ਦੇ ਮਸਲੇ ਸਰਕਾਰਾਂ ਕੋਲ ਲੈ ਕੇ। ਅੱਜ ਅਸੀਂ ਵਿਦਿਆਰਥੀਆਂ ਦਾ ਮਸਲਾ ਸਰਕਾਰ ਕੋਲ ਲੈ ਕੇ ਜਾ ਰਹੇ ਹਾਂ, ਵਿਦਿਆਰਥੀਆਂ ਦੇ ਮਸਲੇ ਨੂੰ ਸਰਕਾਰ ਹੱਲ ਕਰੇ। ਕੋਈ ਮਸਲਾ ਨਹੀਂ ਹੈ ਕਿ ਇਹ ਪੇਪਰਾਂ ਦੀਆਂ ਡੇਟਾਂ ਬਦਲੀਆਂ ਨਹੀਂ ਜਾ ਸਕਦੀਆਂ। ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੀ ਬਦਲ ਸਕਦਾ, ਪੰਜਾਬ 'ਚ ਹੀ ਬਦਲੀਆਂ ਜਾ ਸਕਦੀਆਂ, ਔਰ ਇਹ ਵਿਦਿਆਰਥੀਆਂ ਦਾ ਕਸੂਰ ਨਹੀਂ ਆ, ਇਹ ਕਸੂਰ ਇਹਨਾਂ ਦਾ। ਤੇ ਇਸ ਕਸੂਰ ਨੂੰ ਠੀਕ ਕਰਨਾ, ਇਸ ਗਲਤੀ ਨੂੰ ਠੀਕ ਕਰਨਾ ਸਰਕਾਰਾਂ ਦਾ ਕੰਮ ਹੈ, ਸਿਸਟਮ ਦਾ ਕੰਮ ਹੈ। ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਕਿ ਇਹ ਚੀਜ਼ਾਂ ਚੇਂਜ ਨਹੀਂ ਹੋ ਸਕਦੀਆਂ। ਜਲਦੀ ਤੋਂ ਜਲਦੀ ਸਰਕਾਰ ਨੂੰ ਇਹ ਸਮਝਣ ਦੀ ਲੋੜ ਹੈ ਕਿ ਵਿਦਿਆਰਥੀ ਜਿਹੜੇ ਆ ਉਹਨਾਂ 'ਚ ਬਹੁਤ ਵੱਡੇ ਪੱਧਰ ਤੇ ਇਸ ਗੱਲ ਨੂੰ ਲੈ ਕੇ ਨਿਰਾਸ਼ ਆ, ਤੇ ਸਰਕਾਰ ਨੂੰ ਮੌਕੇ ਆ ਜਿਹੜੇ, ਦੇਖੋ ਆਪਾਂ ਕਹਿੰਦੇ ਹਾਂ ਜ਼ਿੰਦਗੀ 'ਚ ਬੰਦੇ ਨੂੰ ਮੌਕੇ ਮਿਲਣੇ ਚਾਹੀਦੇ, ਜਿਹਨੂੰ ਮੌਕੇ ਮਿਲਦੇ ਉਹੀ ਅੱਗੇ ਵੱਧਦਾ। ਬਹੁਤ ਸਾਰੇ ਲੋਕਾਂ ਨੂੰ ਵਿਚਾਰਿਆਂ ਨੂੰ ਮੌਕੇ ਨਹੀਂ ਮਿਲਦਾ। ਇੱਕ ਮੌਕਾ ਜੋ ਤੁਸੀਂ ਆਪਦੇ ਆਪ ਨੂੰ ਪ੍ਰੂਵ ਕਰਨਾ ਕਿ ਮੈਂ ਇੰਟੈਲੀਜੈਂਟ ਹਾਂ, ਮੈਂ ਆਹ ਨੌਕਰੀ ਦੇ ਲਈ ਫਿੱਟ ਹਾਂ, ਤੇ ਤੁਸੀਂ ਉਹਨੂੰ ਮੌਕਾ ਦੇ ਕੇ ਵੀ ਉਹ ਤੋਂ ਮੌਕਾ ਖੋ ਰਹੇ ਹੋ। ਜਾਂ ਉਹਨੂੰ ਮੌਕਾ ਦੇ ਵੀ ਦਿੱਤਾ, ਫਾਰਮ ਭਰਨ ਦਾ ਮੌਕਾ ਦਿੱਤਾ, ਡੇਟਾਂ ਦੇ ਕੇ ਉਹਦਾ ਮੌਕਾ ਖੋਹ ਲਿਆ ਤੁਸੀਂ, ਡੇਟ ਇੱਕ ਦਿਨ ਕਰਕੇ ਤੁਸੀਂ ਉਹਦਾ ਮੌਕਾ ਖੋ ਰਹੇ ਹੋ। ਤੇ ਇਹਦੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ। ਸਰਕਾਰ ਜਲਦੀ ਤੋਂ ਜਲਦੀ ਇਸ ਮਸਲੇ ਬਾਰੇ ਸੋਚੇ, ਇਹਦਾ ਹੱਲ ਕੱਢੇ। ਜੀ ਉਹੀ ਜੇ ਗੱਲ ਕਰੀਏ ਪਟਵਾਰੀ ਦੀ, ਜਿਸ ਦਿਨ ਪ੍ਰੀਖਿਆ ਸੀ ਤਾਂ ਉਸ ਦਿਨ ਕਕਾਰ ਲਹਾਏ ਗਏ ਸੀ ਸਿੱਖਾਂ ਦੇ, ਜੋ ਸਿੱਖ ਵਿਦਿਆਰਥੀ ਸੀ ਉਹਨਾਂ ਨੇ ਇਤਰਾਜ਼ ਜਤਾਇਆ ਸੀ। ਤੇ SGPC ਇਸ ਪੂਰੇ ਮਾਮਲੇ ਦੇ ਵਿੱਚ ਕੀ ਐਕਸ਼ਨ ਕਰ ਰਹੀ ਹੈ? ਦੇਖੋ SGPC ਨੇ ਕਮੇਟੀ ਬਣਾਈ ਹੈਗੀ, ਔਰ ਵਧੀਆ ਗੱਲ ਹੈ। ਸਿੱਖਾਂ ਦੀ ਇੱਕ ਸੰਸਥਾ ਜਿਹੜੀ ਹਮੇਸ਼ਾ ਸਿੱਖਾਂ ਦੇ ਮਸਲਿਆਂ ਦੇ ਉੱਤੇ ਬੋਲਦੀ ਹੈ, ਦੁਨੀਆ ਭਰ 'ਚ ਸਿੱਖਾਂ ਦੀ ਨੁਮਾਇੰਦਗੀ ਵੀ ਕਰਦੀ ਹੈ ਸਿੱਖਾਂ ਦੇ ਮਸਲਿਆਂ ਦੇ ਉੱਤੇ। ਆਫੀਸ਼ੀਅਲੀ ਜਦੋਂ ਵੀ ਕੋਈ ਲੈਟਰ ਜਾਂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਜਾਂਦਾ, ਔਰ ਬਹੁਤ ਪੁਰਾਣੀ 100 ਸਾਲ ਪੁਰਾਣੀ ਸਾਡੀ ਸੰਸਥਾ। ਤੇ ਵਿਦਿਆਰਥੀਆਂ ਨੇ ਇਤਰਾਜ਼ ਜਤਾਇਆ ਸੀ, ਵਿਦਿਆਰਥੀਆਂ ਨੇ ਕਿਹਾ ਸਾਡੇ ਨਾਲ ਐਂ ਹੋਇਆਗਾ। ਉਹਨਾਂ ਨੇ ਨੰਬਰ ਵੀ ਜਾਰੀ ਕੀਤੇ ਹੈਗੇ ਕਿ ਆਹ ਨੰਬਰ ਨੇ, ਅਗਰ ਕਿਸੇ ਹੋਰ ਸਿੱਖ ਵਿਦਿਆਰਥੀ ਨੂੰ ਕੋਈ ਗਾਤਰੇ ਦੇ ਉੱਤੇ ਕੋਈ ਮਤਲਬ ਸ਼੍ਰੀ ਸਾਹਿਬ ਦੇ ਉੱਤੇ ਇਤਰਾਜ਼ ਆ, ਕੜੇ ਤੇ ਇਤਰਾਜ਼ ਹੈ, ਧਾਰਮਿਕ ਚਿੰਨ੍ਹ ਨੇ ਸਿੱਖਾਂ ਦੇ, ਕਿਸੇ ਵੀ ਧਰਮ ਦੇ, ਮੈਂ ਪਹਿਲਾਂ ਵੀ ਕਿਹਾ ਸੀ ਕਿਸੇ ਵੀ ਧਰਮ ਦੇ ਧਾਰਮਿਕ ਚਿੰਨ੍ਹਾਂ ਦੇ ਉੱਤੇ ਹਮਲਾ ਕਰਨਾ ਗਲਤ ਗੱਲ ਹੈ। ਔਰ ਸਾਡੇ ਤਾਂ ਧਰਮਾਂ ਬਾਰੇ ਸਾਰਿਆਂ ਨੂੰ ਅੰਡਰਸਟੈਂਡਿੰਗ ਆ। ਸਿੱਖਾਂ ਨੂੰ ਪਤਾ ਹਿੰਦੂ ਭਾਈਚਾਰੇ ਦੀਆਂ ਕੀ ਰੀਤੀ ਰਿਵਾਜ ਨੇ, ਹਿੰਦੂ ਭਾਈਚਾਰੇ ਨੂੰ ਪਤਾ ਸਿੱਖਾਂ ਦਾ। ਸਰਕਾਰ 'ਚ ਬੈਠੇ ਅਫਸਰਾਂ ਨੂੰ ਜਿਹੜੇ ਪੇਪਰ ਲੈ ਰਹੇ ਉਹਨਾਂ ਨੂੰ ਨਹੀਂ ਪਤਾ ਕਿ ਸਿੱਖਾਂ ਦਾ ਕੀ ਧਰਮ ਹੈ, ਹਿੰਦੂਆਂ ਦਾ ਕੀ ਧਰਮ ਹੈ, ਮੁਸਲਮਾਨਾਂ ਦਾ ਕੀ ਧਰਮ ਹੈ। ਜਿਹੜੇ ਪੰਜਾਬ ਧਰਮ ਹੈ ਉਹਨਾਂ ਬਾਰੇ ਤਾਂ ਆਪਣੀ ਅੰਡਰਸਟੈਂਡਿੰਗ ਹੈਗੀ ਹੈ ਨਾ, ਕਿ ਬੇਸਿਕ ਅੰਡਰਸਟੈਂਡਿੰਗ ਆ ਕਿ ਸਿੱਖ ਜਿਹੜੇ ਆਪਣੇ ਕਕਾਰਾਂ ਨੂੰ ਦੇ ਨਾਲ ਉਹਨਾਂ ਦਾ ਰਿਸ਼ਤਾ ਕੀ ਹੈਗਾ, ਗੁਰੂ ਸਾਹਿਬ ਨੇ ਉਹਨਾਂ ਨੂੰ ਬਖਸ਼ੇ ਨੇ ਉਹ। ਤਾਂ ਇਹਦੇ 'ਤੇ ਜੇ ਕੋਈ ਗੜਬੜ ਹੋਈ ਆ, ਵਧੀਆ ਗੱਲ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਮੇਟੀ ਵੀ ਬਣਾਈ ਹੈ ਇਨਵੈਸਟੀਗੇਸ਼ਨ ਕਰਨ ਲਈ। ਇਹਨਾਂ ਗੱਲਾਂ 'ਤੇ ਸਰਕਾਰਾਂ ਨੂੰ ਵੀ ਸੈਂਸਿਟਿਵ ਹੋਣਾ ਚਾਹੀਦਾ। ਦੇਖੋ ਜਦੋਂ ਕਦੇ ਵੀ ਸਿਸਟਮ 'ਚ ਐ ਨਹੀਂ ਹੁੰਦਾਗਾ, ਸਿਸਟਮ ਨੂੰ ਇੱਕ ਗੱਲ ਸਮਝਣ ਦੀ ਲੋੜ ਆ ਸਰਕਾਰਾਂ ਨੂੰ। ਜਦੋਂ ਲੋਕ ਗਲਤ ਰਾਹਾਂ 'ਤੇ ਪੈਂਦੇ ਨੇ, ਜਦੋਂ ਲੋਕ ਸਰਕਾਰਾਂ ਸਟੇਟਾਂ ਦੇ ਖਿਲਾਫ ਖੜੇ ਹੁੰਦੇ ਨੇ, ਬਾਗੀ ਹੁੰਦੇ ਨੇ, ਉਹ ਇਸ ਕਰਕੇ ਹੁੰਦਾ ਜਦੋਂ ਉਹਨਾਂ ਦੀ ਸੁਣਵਾਈ ਖਤਮ ਹੋ ਜਾਂਦੀ ਹੈ। ਜੇ ਸਰਕਾਰਾਂ ਸਹੀ ਸੁਣਵਾਈ ਕਰਨ, ਸਰਕਾਰਾਂ 'ਚ ਇਨਸਾਫ ਮਿਲੇ, ਕਿਸੇ ਨਾਲ ਕੋਈ ਗਲਤ ਗੱਲ ਨਾ ਹੋਵੇ, ਕਿਸੇ ਦਾ ਮਨ ਨਹੀਂ ਕਰਦਾ ਹੁੰਦਾ ਬਾਗੀ ਹੋਣ ਨੂੰ ਜਾਂ ਕੋਈ ਵਾਇਲੈਂਸ ਕਰਨ ਨੂੰ ਜਾਂ ਕੋਈ ਗਲਤ ਗੱਲ ਵਾਲੇ ਪਾਸੇ ਨੂੰ ਜਾਣ ਨੂੰ, ਜਿਹੜੀ ਸਰਕਾਰਾਂ ਮੁਤਾਬਕ ਗਲਤ ਹੁੰਦੀ ਹੈ। ਤਾਂ ਸੋਚਣ ਦੀ ਲੋੜ ਇਹ ਆ ਕਿ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ 'ਤੇ ਲੋਕ ਹਰਟ ਹੋ ਜਾਂਦੇ ਨੇ। ਦੇਖੋ ਧਾਰਮਿਕ ਕਿਸੇ ਦਾ ਵੀ ਧਰਮ ਆ, ਮੈਂ ਕਹਿ ਰਿਹਾ ਸਿੱਖਾਂ ਦੇ ਮਸਲਾ ਨਹੀਂਗਾ। ਸਿੱਖ ਹੋਣ, ਹਿੰਦੂ ਹੋਣ, ਮੁਸਲਮਾਨ ਹੋਣ, ਜੈਨੀ ਹੋਣ, ਬੋਧੀ ਹੋਣ, ਪਾਰਸੀ ਹੋਣ, ਕ੍ਰਿਸਚਨ ਹੋਣ, ਹਰ ਧਰਮ ਦੀ ਜਿਹੜੀ ਰਿਸਪੈਕਟ ਆ ਉਹ ਹੋਣੀ ਚਾਹੀਦੀ ਹੈ। ਹਰ ਇੱਕ ਦੂਜੇ ਲਈ ਹੋਣੀ ਚਾਹੀਦੀ ਹੈ, ਹਰ ਧਰਮ ਦੂਜੇ ਦੀ ਵੀ ਰਿਸਪੈਕਟ ਕਰੇ। ਤੇ ਜਿਹੜੇ ਸਰਕਾਰਾਂ 'ਚ ਬੈਠੇ ਲੋਕ ਨੇ ਜਿਹੜੇ ਪੇਪਰ ਲੈ ਰਹੇ ਉਹਨਾਂ ਨੂੰ ਤਾਂ ਪਤਾ ਹੀ ਹੈ। ਉਹ ਕਿਸੇ ਵਿਦਿਆਰਥੀ ਨੇ ਕਿਹਾ ਮੇਰੇ ਕੜੇ ਨੂੰ ਪੂਰੇ ਦਾ ਪੂਰਾ ਕਵਰ ਕਰਵਾ ਦਿੱਤਾ ਗਿਆ, ਇਹ ਤਾਂ ਗਲਤ ਗੱਲ ਆ ਨਾ ਜੇ ਕਰਵਾਇਆ ਗਿਆ। ਤਾਂ ਇਸ ਕਰਕੇ ਇਹ ਸਾਰੀਆਂ ਗੱਲਾਂ ਇਸ ਤਰੀਕੇ ਨਾਲ ਨਹੀਂ ਹੋਣੀਆਂ ਚਾਹੀਦੀਆਂ। ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਵੀ ਇੱਕ ਵਧੀਆ ਰੋਲ ਅਦਾ ਕਰਨ ਦੀ ਲੋੜ ਹੈ, ਸਰਕਾਰਾਂ ਨੂੰ ਵੀ। ਸਰਕਾਰਾਂ ਦਾ ਇਤਰਾਜ਼ ਕੀ ਹੈ, ਜਦੋਂ ਗੱਲਾਂ ਹੋ ਜਾਂਦੀਆਂ ਨੇ ਫਿਰ ਦੇਖੋ ਜੀ ਕਿਸਾਨ ਧਰਨਾ ਲੱਗ ਗਿਆ। ਕਿਉਂ ਲੱਗਿਆ? ਤੁਸੀਂ ਜੜ 'ਚ ਨਹੀਂ ਜਾਂਦੀਆਂ। ਸਰਕਾਰਾਂ ਦੀ ਸਮੱਸਿਆ ਇਹ ਆ, ਜੇ ਆਪਾਂ ਸਿਸਟਮ ਨੂੰ ਵਧੀਆ ਕਰਨਾ, ਜਿਹੜੇ ਲੋਕਾਂ ਦੇ ਮਸਲੇ ਨੇ ਉਹ ਹੱਲ ਕਰ ਦਿਓ। ਲੋਕਾਂ ਨੇ ਕੋਈ ਐ ਚਾਹ ਤਾਂ ਹੈ ਨਹੀਂ ਲੋਕਾਂ ਨੂੰ ਵੀ ਸਰਕਾਰਾਂ ਨਾਲ ਅਸੀਂ ਨਾਰਾਜ਼ਗੀ ਜ਼ਾਹਰ ਕਰਨੀ ਹੈ, ਨਾ ਸਿੱਖਾਂ ਨੂੰ ਕੋਈ ਚਾਹ ਹੈਗਾ ਵੀ ਅਸੀਂ ਤਾਂ ਹੀ ਸਰਕਾਰ ਨਾਲ ਨਾਰਾਜ਼ਗੀ ਜ਼ਾਹਰ ਕਰਨੀ ਆ, ਨਾ ਕਿਸੇ ਹੋਰ ਭਾਈਚਾਰੇ ਨੂੰ, ਹਿੰਦੂਆਂ ਨੂੰ, ਮੁਸਲਮਾਨਾਂ ਨੂੰ। ਜੇ ਉਹਨਾਂ ਦੇ ਕੋਈ ਰੋਸ ਨੇ ਕਿਸੇ ਗੱਲ ਨੂੰ ਲੈ ਕੇ ਹੋਣਗੇ ਨਾ, ਬਿਨਾਂ ਗੱਲ ਤੋਂ ਤਾਂ ਆਪਾਂ ਜਿਵੇਂ ਕਹਿੰਦੇ ਆ ਨਾ ਧੂਆਂ ਬਿਨਾਂ ਅੱਗ ਤੋਂ ਤਾਂ ਉੱਠਦਾ ਨਹੀਂਗਾ।
ਜੇ ਕੋਈ ਗੱਲ ਹੁੰਦੀ ਹੈ ਤਾਂ ਹੀ ਬੋਲਦਾ ਕੋਈ, ਬਿਨਾਂ ਗੱਲ ਤੋਂ ਤਾਂ ਕਿਸੇ ਨੂੰ ਚਾਹ ਨਹੀਂ ਚੜਿਆ ਹੁੰਦਾ ਕਿ ਮੈਂ ਵੈਸੇ ਹੀ ਰੌਲਾ ਪਾਈ ਜਾਵਾਂ। ਇਸ ਕਰਕੇ ਸਰਕਾਰਾਂ ਨੂੰ ਇਹ ਚਾਹੀਦਾ, ਕੋਈ ਵੀ ਸਰਕਾਰਾਂ ਹੋਣ, ਲੋਕਾਂ ਦੇ ਧਾਰਮਿਕ ਚਿੰਨ੍ਹਾਂ ਦਾ, ਲੋਕਾਂ ਦੇ ਧਰਮਾਂ ਦਾ, ਲੋਕਾਂ ਦੀਆਂ ਭਾਵਨਾਵਾਂ ਦਾ, ਲੋਕਾਂ ਦੇ ਸੱਭਿਆਚਾਰ ਦਾ, ਲੋਕਾਂ ਦੀ ਜੋ ਸਮਾਜਿਕਤਾ, ਹਰ ਗੱਲ ਦਾ ਧਿਆਨ ਰੱਖਣਾ ਚਾਹੀਦਾ ਸਿਸਟਮ ਨੂੰ ਵੀ, ਸਰਕਾਰਾਂ ਨੂੰ, ਅਫਸਰਾਂ ਨੂੰ, ਲੀਡਰਾਂ ਨੂੰ, ਸਭ ਨੂੰ। ਫਿਰ ਜਦੋਂ ਤੁਸੀਂ ਕਹਿੰਦੇ ਹੋ ਆਹ ਗੱਲ ਤਾਂ ਐਂ ਹੋਊਗੀ ਜੇ ਤਾਂ ਦੂਜੇ ਰਾਹ ਪੈ ਗਈ, ਉਹ ਦੂਜੇ ਰਾਹ ਤਾਂ ਪੈਂਦੀਆਂ ਨੇ ਤੁਸੀਂ ਸਹੀ ਟਾਈਮ ਤੇ, ਸਹੀ ਮੌਕੇ ਤੇ ਸਹੀ ਫੈਸਲੇ ਨਹੀਂ ਲੈਂਦੇ, ਉਦੋਂ ਗਲਤੀ ਕਰਦੇ ਹੋ ਬਾਅਦ ਚੋਂ। ਫਿਰ ਜਦੋਂ ਹੋ ਜਾਂਦਾ ਫਿਰ ਕਹਿੰਦੇ ਹੋ ਜੀ ਆਪਾਂ ਇਹਨੂੰ ਠੀਕ ਕਿਵੇਂ ਕਰੀਏ। ਚੀਜ਼ਾਂ ਉਧਰ ਨੂੰ ਜਾਣ ਹੀ ਨਾ, ਇਹਦੇ ਲਈ ਸਰਕਾਰਾਂ ਧਿਆਨ ਕਰਨ, ਸਿਸਟਮ ਇਹਦੇ ਲਈ ਧਿਆਨ ਕਰੇ, ਅਫਸਰਸ਼ਾਹੀ ਇਹਦੇ ਤੇ ਬੋਲੇ ਜੀ। ਹਾਲਾਂਕਿ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਅਜਿਹਾ ਹੁੰਦਾ ਤਾਂ ਸਰਕਾਰਾਂ ਮੁੱਦਾ ਚੁੱਕਦੀਆਂ ਨੇ, ਤੇ ਜੇ ਪੰਜਾਬ ਦੇ ਵਿੱਚ ਅਜਿਹਾ ਹੋਣਾ ਬੇਹੱਦ ਮੰਦਭਾਗਾ। ਕੀ ਲੱਗਦਾ ਹੈ ਕਿ ਸਾਜ਼ਿਸ਼ ਹੋ ਸਕਦੀ ਹੈ? ਦੇਖੋ, ਜਿਹੜੇ ਬੰਦਿਆਂ ਦਾ ਇਤਰਾਜ਼ ਹੁੰਦਾ ਹਮੇਸ਼ਾ ਇਹ ਰਿਹਾ ਹੈਗਾ, ਇਤਰਾਜ਼ ਮਤਲਬ ਕਹਿੰਦੇ ਜੀ ਸਾਡੇ ਨਾਲ ਤਾਂ ਸ਼ਾਸਨ ਕੀਤਾ ਗਿਆ। ਇੱਕ ਥੰਮ ਰੂਲ ਹੈਗਾ ਪੂਰੀ ਦੁਨੀਆ ਦਾ, ਜਿਹੜੀ ਵੀ ਮਿਨੋਰਿਟੀ ਹੋਊ ਨਾ, ਘੱਟ ਗਿਣਤੀ ਜਿੱਥੇ ਵੀ ਹੋਊ ਕੋਈ ਦੁਨੀਆ ਦੇ ਅੰਦਰ, ਜਿੱਥੇ ਮੰਨ ਲਓ ਘੱਟ ਗਿਣਤੀ ਹੈ ਕੋਈ, ਉਹ ਘੱਟ ਗਿਣਤੀ ਨਾਲ ਵੈਸੇ ਵੀ ਹੋ ਰਿਹਾ ਹੋਵੇ ਨਾ, ਉਹਨਾਂ ਨੂੰ ਇਹੀ ਲੱਗਦਾ ਯਾਰ ਸਾਡੇ ਖਿਲਾਫ ਅਸੀਂ ਥੋੜ੍ਹੇ ਹਾਂ। ਜਿਹੜਾ ਬੰਦਾ ਘੱਟ ਗਿਣਤੀ 'ਚ ਹੁੰਦਾ ਨਾ, ਜਿਵੇਂ ਮੰਨ ਲਓ ਸਿੱਖ ਭਾਈਚਾਰਾ ਘੱਟ ਗਿਣਤੀ ਹੈ ਇਸ ਦੇਸ਼ ਦੀ, ਮੁਸਲਮਾਨ ਭਾਈਚਾਰਾ ਘੱਟ ਗਿਣਤੀ ਹੈ ਇਸ ਦੇਸ਼ ਦੀ, ਕ੍ਰਿਸਚਨ ਇਸ ਦੇਸ਼ ਦੀ ਘੱਟ ਗਿਣਤੀ ਨੇ, ਹੈ ਨਾ, ਬੋਧੀ ਜੈਨੀ ਇਸ ਦੇਸ਼ ਦੀ ਘੱਟ ਗਿਣਤੀ ਨੇ। ਘੱਟ ਗਿਣਤੀ ਨੂੰ ਹਮੇਸ਼ਾ ਐਂ ਹੁੰਦਾ ਜੇ ਉਹਨਾਂ ਨਾਲ ਵੈਸੇ ਵੀ ਹੋ ਜੇ, ਮਤਲਬ ਕੁਦਰਤੀ ਹੋਇਆ ਹੋਵੇ, ਪਰ ਉਹਨਾਂ ਨੂੰ ਇਹ ਲੱਗੂਗਾ, ਉਹਨਾਂ ਨੂੰ ਲੱਗਣ ਕਿਵੇਂ ਨਹੀਂ ਦੇਣਾ, ਇਹ ਕੰਮ ਆ ਸਰਕਾਰਾਂ ਦਾ। ਦੁਨੀਆ ਦੀ ਬੈਸਟ ਡੈਮੋਕ੍ਰੇਸੀ, ਬੈਸਟ ਤੰਤਰ ਜਾਂ ਬੈਸਟ ਸਿਸਟਮ ਉਸ ਨੂੰ ਮੰਨਿਆ ਜਾਂਦਾ ਹੈ ਜਿੱਥੇ ਤੁਹਾਡੇ ਤੇ ਕੋਈ ਇੱਕ ਬੰਦਾ ਵੀ ਹੈ ਕਿਸੇ ਕਾਸਟ ਦਾ, ਕਿਸੇ ਧਰਮ ਦਾ, ਉਹ ਸੇਫ ਮਹਿਸੂਸ ਕਰੇ, ਉਹ ਮਾਣ ਨਾਲ ਕਹੇ ਕਿ ਆਹ ਮੁਲਕ ਮੇਰਾ ਮੁਲਕ ਆ। ਇਹ ਮੁਲਕ ਦੇ ਅੰਦਰ ਕਿਸੇ ਨਾਲ ਨਾ ਧਰਮ ਦੇ ਆਧਾਰ ਤੇ ਭੇਦਭਾਵ ਹੁੰਦਾ, ਨਾ ਜਾਤ ਦੇ ਆਧਾਰ ਤੇ ਹੁੰਦਾ, ਨਾ ਭਾਸ਼ਾ ਦੇ ਆਧਾਰ ਦੇ ਉੱਤੇ ਹੁੰਦਾ, ਨਾ ਲਿੰਗ ਦੇ ਆਧਾਰ ਦੇ ਉੱਤੇ ਹੁੰਦਾ। ਕਿਸੇ ਵੀ ਗੱਲ ਨੂੰ ਲੈ ਕੇ ਕਦੇ ਕੋਈ ਭੇਦਭਾਵ ਨਹੀਂ ਹੁੰਦਾ। ਇਹ ਕੰਮ ਲੋਕਾਂ ਦਾ ਨਹੀਂ ਹੈ, ਇਹ ਕੰਮ ਸਰਕਾਰਾਂ ਦਾ, ਲੋਕਾਂ ਨੂੰ ਇਹ ਮਹਿਸੂਸ ਕਰਾਉਣਾ। ਕਰਨ ਦੀ ਲੋੜ ਦਿਖਾਉਣ ਲਈ ਨਹੀਂ ਹੁੰਦਾ ਇੱਥੇ ਮਿਨੋਰਟੀਆਂ ਬਹੁਤ ਸੇਫ ਨੇ, ਪ੍ਰੋਗਰਾਮ ਕਰਾਤਾ, ਸਿੱਖਾਂ ਦਾ ਕਰਾਤਾ, ਮੁਸਲਮਾਨਾਂ ਦਾ ਕਰਾਤਾ, ਕ੍ਰਿਸਚਨਾਂ ਦਾ ਕਰਾਤਾ। ਲੋਕ ਮਹਿਸੂਸ ਕਰਨ, ਕਹਿਣ ਦੀ ਲੋੜ ਨਾ ਪਵੇ ਸਾਡੇ ਦੇਸ਼ 'ਚ ਮਿਨੋਰਟੀਆਂ ਬਹੁਤ ਸੁਰੱਖਿਅਤ ਨੇ, ਕਹਿਣ ਦੀ ਲੋੜ ਨਾ ਪਵੇ। ਮਿਨੋਰਿਟੀ ਖੁਦ ਕਹੇ ਕਿ ਸਾਡਾ ਮੁਲਕ ਦੇਖੋ ਕਿੰਨਾ ਵਧੀਆ ਹੈਗਾ, ਸਾਡੇ ਮੁਲਕ ਦੇ ਅੰਦਰ ਬਹੁਤ ਗਿਣਤੀ ਆਬਾਦੀ ਇਹਨਾਂ ਲੋਕਾਂ ਦੀ ਹੈ ਤੇ ਅਸੀਂ ਘੱਟ ਗਿਣਤੀਆਂ, ਪਰ ਸਾਡਾ ਸਤਿਕਾਰ ਉਵੇਂ ਹੀ ਆ, ਸਾਡੇ ਸਤਿਕਾਰ ਨੂੰ ਕੋਈ ਠੇਸ ਨਹੀਂ। ਇਹ ਕੰਮ ਸਰਕਾਰਾਂ ਦਾ ਹੁੰਦਾ। ਦੁਨੀਆ ਦੀਆਂ ਬੈਸਟ ਸਰਕਾਰਾਂ, ਬੈਸਟ ਲੋਕਤੰਤਰ ਉਹ ਨੇ ਜਿੱਥੇ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ। ਇਸੇ ਆਧਾਰ ਦੇ ਉੱਤੇ ਹੀ ਕ੍ਰੀਏਟਿੰਗ ਕੱਢੀ ਜਾਂਦੀ ਹੈ, ਇਸੇ ਆਧਾਰ ਦੇ ਉੱਤੇ ਹੀ ਗੱਲ ਹੁੰਦੀ ਹੈ ਦੁਨੀਆ 'ਚ ਕਿ ਕਿਹੜੇ ਮੁਲਕ ਦੇ ਅੰਦਰ, ਚਾਹੇ ਤੁਹਾਡਾ ਰੰਗ ਕੋਈ ਹੋਰ ਆ, ਚਾਹੇ ਤੁਹਾਡਾ ਧਰਮ ਕੋਈ ਹੋਰ ਆ, ਚਾਹੇ ਤੁਹਾਡੀ ਜਾਤ ਕੋਈ ਹੋਰ ਆ, ਕੀ ਸਾਰਿਆਂ ਦਾ ਬਿਹੇਵ ਇੱਕ ਤਰ੍ਹਾਂ ਦਾ ਮਿਲਦਾ ਹੈਗਾ। ਇਹ ਬਹੁਤ ਜ਼ਰੂਰੀ ਹੈਗਾ। ਬਾਕੀ ਤਾਂ ਦੇਖੋ, ਮੈਂ ਕਹਿਣਾ ਹੁੰਦਾ ਹੈਗਾ ਕਿ ਇੰਡੀਆ ਤਾਂ ਇਸ ਤਰ੍ਹਾਂ ਦਾ ਸਿਵਲਾਈਜੇਸ਼ਨ ਹੈ, ਇੱਥੇ ਤੇ ਹਜ਼ਾਰਾਂ ਸਦੀਆਂ ਤੋਂ ਕਿੰਨੀਆਂ, ਦੁਨੀਆ ਦੀ ਸਭ ਤੋਂ ਵੱਧ ਡਿਵਰਸਿਟੀ ਇੱਥੇ ਆ, ਦੁਨੀਆ ਦੀ ਸਭ ਤੋਂ ਜ਼ਿਆਦਾ ਵਿਭਿੰਨਤਾ ਜਾਤਾਂ ਦੀ, ਧਰਮਾਂ ਦੀ, ਕਲਚਰ ਦੀ, ਲੈਂਗੁਏਜ ਦੀ, ਭਾਸ਼ਾ, ਕਿੰਨੀਆਂ ਭਾਸ਼ਾਵਾਂ ਨੇ ਸਾਡੇ। ਹਰ ਸੂਬੇ ਦੀ ਭਾਸ਼ਾ, ਫਿਰ ਸੂਬੇ ਦੀਆਂ ਭਾਸ਼ਾਵਾਂ ਦੇ ਅੰਦਰ ਚਲੇ ਜਾਓ, ਕਿੰਨੇ ਡਾਇਲੈਕਟ ਨੇ। ਅਸੀਂ ਲੜਦੇ ਭਿੜਦੇ, ਹੱਸਦੇ ਖੇਡਦੇ ਇਕੱਠੇ ਹੀ ਰਹੇ ਹਾਂਗੇ ਸਦੀਆਂ ਤੋਂ, ਕਿੰਨਾ ਕੁਛ ਰਿਹਾ। ਉਹਦੇ ਬਾਵਜੂਦ ਵੀ ਇਹ ਸਿਵਲਾਈਜੇਸ਼ਨ ਦਾ ਸਬ ਕੰਟੀਨੈਂਟ ਆ ਪੂਰਾ ਇਕੱਠਾ ਰਿਹਾ ਹੈਗਾ। ਇਸ ਕਰਕੇ ਇਹ ਨਹੀਂ ਹੁੰਦਾ, ਇਹ ਚੱਲਣਾ ਹੁੰਦਾ ਹੈਗਾ। ਲੜਾਈਆਂ ਪੜ੍ਹਾਈਆਂ, ਹਾਸੇ ਖੇਡੇ ਇਹ ਹੋਣੇ ਹੁੰਦੇ ਨੇ, ਇਹ ਕੌਮਾਂ 'ਚ ਵੀ ਚੱਲਦੇ ਆ, ਸਰਕਾਰਾਂ ਨਾਲ ਵੀ ਚੱਲਦੇ ਰਹਿੰਦੇ। ਪਰ ਐਡੇ ਵੱਡੇ ਉਹ ਅਲੱਹਿਦਗੀ ਨਾ ਕੋਈ ਮਹਿਸੂਸ ਕਰੇ, ਕਿਸੇ ਨੂੰ ਐਂ ਨਾ ਲੱਗੇ ਕਿ ਮੈਂ ਤਾਂ ਯਾਰ ਜਮੀ ਲਹਿਦਾ ਹੋ ਗਿਆ। ਐਂ ਨਹੀਂ ਹੁੰਦਾ ਸਿਸਟਮ 'ਚ, ਇਹ ਗੱਲਾਂ ਨਹੀਂ ਹੋਣੀਆਂ ਹੁੰਦੀਆਂ ਕਦੇ ਵੀ। ਬੰਦਿਆਂ ਦੇ ਨਾਲ ਜਦੋਂ ਆਪਸ 'ਚ ਡੀਲਿੰਗ ਹੁੰਦੀ ਹੈ, ਹਿਊਮਨ ਰਿਲੇਸ਼ਨ 'ਚ ਹੁੰਦਾ ਹੀ ਹੈ, ਉਹ ਬੰਦਿਆਂ ਦੇ 'ਚ ਵੀ ਹੁੰਦਾ, ਕੌਮਾਂ ਦਾ ਵੀ ਹੋ ਜਾਂਦਾ। ਪਰ ਜਦੋਂ ਕੋਈ ਚੀਜ਼ ਇਹੀ ਜੀ ਹੈ ਜਿਹੜੀ ਇਹ ਕਹਿੰਦੀ ਹੈ ਕਿ ਮੈਂ ਤੁਹਾਨੂੰ ਇੱਕ ਬੈਸਟ ਸਿਸਟਮ ਦਊਂ, ਲੋਕਤੰਤਰ ਇਹੀ ਕਹਿੰਦਾ ਨਾ, ਸਰਕਾਰਾਂ ਇਹੀ ਕਹਿੰਦੀਆਂ ਨੇ। ਸਬਕਾ ਸਾਥ ਸਬਕਾ ਵਿਕਾਸ ਨਾਰਾ ਨਾ ਮੋਦੀ ਸਰਕਾਰ ਦਾ ਕਿਉਂ ਆਗਾ? ਸਭ ਦਾ ਮਤਲਬ ਸਾਰੇ ਹੀ ਨੇ ਨਾ, ਸਾਰੇ ਧਰਮ ਜਾਂ। ਹਾਂ, ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ, ਇਸੇ ਤਰ੍ਹਾਂ ਹੋਰ ਵੀ ਕਹਿ ਦੇਣਗੇ। ਕਹਿਣ ਲਈ ਨਾ ਕਹੋ, ਕਰਨ ਲਈ ਕਰੋ, ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ। ਜਦੋਂ ਤੁਸੀਂ ਕਰ ਰਹੇ ਹੋਵੋਗੇ, ਜੋ ਤੁਹਾਡੇ ਦੇਸ਼ ਦੇ ਅੰਦਰ ਮਿਨੋਰਿਟੀ ਸੁਰੱਖਿਅਤ ਹੋਏਗੀ, ਲੈਂਗੁਏਜ ਦਾ ਮਸਲਾ ਇੱਕੋ ਜਿਹਾ ਹੋਏਗਾ, ਭਾਸ਼ਾ ਸਭ ਦੇ ਸਤਿਕਾਰ ਹੋਏਗਾ, ਹਰ ਭਾਸ਼ਾ ਦਾ, ਹਰ ਧਰਮ ਦਾ ਸਤਿਕਾਰ ਹੋਏਗਾ, ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪਏਗੀ ਸਾਡੇ ਦੇਸ਼ 'ਚ ਸਾਰਿਆਂ ਦੇ ਲਈ ਖੁੱਲ੍ਹ ਆਜ਼ਾਦੀ ਹੈ। ਲੋਕ ਕਹਿਣਗੇ ਕਿ ਆਹ ਮੁਲਕ ਆ ਸਾਡਾ, ਸਾਡਾ ਬੈਸਟ ਮੁਲਕ ਹੈਗਾ। ਇਸ ਕਰਕੇ ਇਹ ਚੀਜ਼ਾਂ ਦਾ ਖਿਆਲ ਸਰਕਾਰਾਂ ਨੂੰ ਰੱਖਣਾ ਚਾਹੀਦਾ, ਅਫਸਰਸ਼ਾਹੀ ਨੂੰ ਰੱਖਣਾ ਚਾਹੀਦਾ, ਸਿਸਟਮ ਨੂੰ ਰੱਖਣਾ ਚਾਹੀਦਾ, ਤਾਂ ਕਿ ਲੋਕਾਂ 'ਚ ਅਲੱਹਿਦਗੀ ਨਾ ਕਦੇ ਮਹਿਸੂਸ ਕਰਨ। ਲੋਕ ਮਾਣ ਮਹਿਸੂਸ ਕਰਨ ਜਿਸ ਧਰਤੀ ਦੇ ਉੱਤੇ ਰਹਿਣ, ਉਹ ਉਹਨਾਂ ਨੂੰ ਲੱਗੇ ਕਿ ਹਾਂ, ਚਾਹੇ ਪੇਪਰ ਨੇ ਉਹਨਾਂ ਦੇ, ਚਾਹੇ ਉਹਨਾਂ ਦਾ ਧਰਮ ਹੈ, ਚਾਹੇ ਉਹਨਾਂ ਦਾ ਕੋਈ ਹੋਰ ਮਸਲਾ। ਜੀ, ਕੀ ਲੱਗਦਾ ਕਿ ਹੁਣ ਲੋਕਤੰਤਰ ਦੇ ਵਿੱਚ ਲੋਕਾਂ ਦੀ, ਯਾਨੀ ਕਿ ਨੌਜਵਾਨਾਂ ਦੀ ਆਵਾਜ਼ ਸੁਣੀ ਜਾਏਗੀ, ਬਦਲ ਜਾਏਗੀ? ਸੁਣਨੀ ਚਾਹੀਦੀ ਹੈ। ਮੈਨੂੰ ਤਾਂ ਲੱਗਦਾ ਹਮੇਸ਼ਾ ਆਪਾਂ ਗੱਲ ਕਰਦੇ ਹਾਂ ਹਰ ਗੱਲ ਦੇ, ਇਕੱਲੇ ਇੱਕ ਹੀ ਮਸਲਾ ਨਹੀਂ ਹੈਗਾ।
ਲੋਕਤੰਤਰ ਦਾ ਮਤਲਬ ਕੀ ਹੈ? ਲੋਕਾਂ ਦੀ ਚੁਣੀ ਹੋਈ, ਲੋਕਾਂ ਦਾ ਤੰਤਰ। ਲੋਕਤੰਤਰ ਦਾ ਮਤਲਬ ਕੀ ਹੈ? ਲੋਕਾਂ ਦਾ ਤੰਤਰ, ਯਾਨੀ ਲੋਕਾਂ ਵੱਲੋਂ ਬਣਾਇਆ ਗਿਆ ਤੰਤਰ, ਲੋਕਾਂ ਦੀ ਹਿੱਸੇਦਾਰੀ ਨਾਲ ਬਣਿਆ ਤੰਤਰ। ਵੀ ਦਾ ਪੀਪਲ ਆਪਾਂ ਜਦੋਂ ਕਹਿੰਦੇ ਆਗੇ, ਜਦੋਂ ਅਸੀਂ ਕਹਿੰਦੇ ਆ ਡੈਮੋਕ੍ਰੇਸੀ ਕਿਹਦੀ ਹੈ? ਲੋਕਾਂ ਲਈ, ਲੋਕਾਂ ਦੁਆਰਾ, ਇਹੀ ਕਹਿੰਦੇ ਆ ਨਾ ਡੈਮੋਕ੍ਰੇਸੀ ਦੀ ਪਰਿਭਾਸ਼ਾ 'ਚ। ਇਸ ਕਰਕੇ ਲੋਕਾਂ ਦਾ ਕੋਈ ਵੀ ਮਸਲਾ ਉਹ ਇਮਾਨਦਾਰੀ ਦੇ ਨਾਲ ਸਰਕਾਰਾਂ ਨੂੰ, ਅਫਸਰਸ਼ਾਹੀ ਨੂੰ, ਡਿਪਾਰਟਮੈਂਟਾਂ ਨੂੰ ਹੱਲ ਕਰਨਾ ਚਾਹੀਦਾ, ਤਾਂ ਕਿ ਲੋਕ ਮਾਣ ਮਹਿਸੂਸ ਕਰਨ। ਤਾਂ ਕਿ ਵਿਦਿਆਰਥੀਆਂ ਦਾ ਮਸਲਾ ਵੀ ਖਾਸ ਤੌਰ ਦੇ ਉੱਤੇ, ਉਹ ਬੜੇ, ਉਹਨਾਂ ਲਈ ਕਿੰਨੇ ਚਿਰਾਂ ਬਾਅਦ ਉਹਨਾਂ ਕੋਲ ਇੱਕ ਮੌਕਾ ਆਇਆ, ਉਹਨਾਂ ਨੂੰ ਤਾਂ ਉਹੀ ਮੌਕਾ ਆਖਰੀ ਲੱਗ ਰਿਹਾ। ਅਗਲੀ ਵਾਰ ਜਦੋਂ ਉਹਨਾਂ ਦੀਆਂ ਪੋਸਟਾਂ ਨਿਕਲੀਆਂ, ਓਵਰਏਜ ਹੋ ਜਾਣਗੇ ਉਹਨਾਂ 'ਚੋਂ ਬਹੁਤ ਸਾਰੇ, ਜਿਨ੍ਹਾਂ ਦੀ ਉਮਰ ਅੱਜ ਆ ਰਹੀ ਹੈ ਉਹਨਾਂ ਦੀ ਉਮਰ ਨਹੀਂ ਰਹੇਗੀ ਨੌਕਰੀਆਂ ਚਾਹੁਣ ਵਾਲੀ। ਜ਼ਰੂਰੀ ਹੈ ਕਿ ਇਹਨਾਂ ਗੱਲਾਂ ਦੇ ਉੱਤੇ ਫੋਕਸ ਕੀਤਾ ਜਾਵੇ। ਜੀ, ਤਾਂ ਪ੍ਰੀਖਿਆਵਾਂ ਦੇ ਲਈ ਕਲੈਸ਼ ਹੋ ਰਹੀਆਂ ਤਰੀਕਾਂ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ, ਤਾਂ ਜੋ ਕਿ ਜਿਨ੍ਹਾਂ ਨੌਜਵਾਨਾਂ ਨੇ ਇਹਨਾਂ ਪ੍ਰੀਖਿਆ ਦੇ ਵਿੱਚ ਪੇਪਰ ਦੇਣ ਦੇ ਲਈ ਆਉਣਾ, ਉਹ ਭੰਬਲ ਭੂਸੇ ਚੋਂ ਨਿਕਲ ਕੇ ਪ੍ਰੀਖਿਆਵਾਂ ਦੇ ਸਕਣ ਤੇ ਇਹਨਾਂ ਦੇ ਵਿੱਚੋਂ ਪਾਸ ਹੋ ਕੇ ਨੌਕਰੀ ਹਾਸਲ ਕਰ ਸਕਣ।